ਸੁਖਰਾਜ ਜੀ ਕਿਵੇਂ ਦੇਖਦੇ ਹੋ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਇੱਕ ਬਿਆਨ ਆਇਆ ਹੈ ਕਿ ਫਿਰ ਤੋਂ ਜਿਹੜਾ ਇੱਕ ਵੱਡਾ ਇਕੱਠ ਬਰਗਾੜੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਉਣ ਵਾਲੇ 6 ਮਾਰਚ ਨੂੰ ਰੱਖਿਆ ਜਾਵੇਗਾ। ਹਰ ਇੱਕ ਸਿੱਖ ਨੂੰ ਬੇਅਦਬੀ ਦੇ ਨਾਂ ਤੇ ਜਿਹੜਾ ਪ੍ਰੋਟੈਸਟ ਕਰਨਾ ਚਾਹੀਦਾ, ਕਿਉਂਕਿ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜੀ ਬੇਅਦਬੀ ਹੋ ਰਹੀ ਆ ਉਹਨੂੰ ਰੋਕਣ ਵਾਸਤੇ ਸਾਨੂੰ ਜਿਹੜੇ ਪ੍ਰੋਟੈਸਟ ਆ ਉਹ ਹਰ ਇੱਕ ਥਾਂ ਤੇ ਕਰਨੇ ਚਾਹੀਦੇ ਆ। ਪਰ ਜਿੱਥੇ ਅਸੀਂ ਗੱਲ ਕਰੀਏ ਕਿ ਬਗਰਾੜੀ ਦੇ ਵਿੱਚ ਜਿਹੜਾ ਇਕੱਠ ਹੈ ਜੇ ਮਾਨ ਸਾਹਿਬ ਰੋਡ ਤੇ ਰੱਖਣਗੇ, ਜਿੱਥੇ ਮੋਰਚਾ ਲੱਗਿਆ ਸੀ ਜਾਂ ਰੋਡ ਦੇ ਉੱਤੇ ਪ੍ਰੋਟੈਸਟ ਕਰਨਗੇ, ਤਾਂ ਉਹ ਜ਼ਿਆਦਾ ਜਿਹੜਾ ਪ੍ਰਭਾਵਸ਼ਾਲੀ ਹੋਊਗਾ। ਪਹਿਲਾਂ ਉਸੇ ਦੀਪ ਨੂੰ ਜਿਹੜਾ ਗਦਾਰ ਤੱਕ ਦਾ ਜਿਹੜਾ ਖਿਤਾਬ ਦੇ ਦਿੱਤਾ ਗਿਆ ਸੀਗਾ, ਲੋਕ ਪਿੱਛੇ ਹਟ ਗਏ ਸੀਗੇ ਤੇ ਬਹੁਤ ਜਿਹੜਾ ਨੌਜਵਾਨ ਜਿਹੜਾ ਜ਼ਿਆਦਾ ਜੁੜਿਆ ਸੀਗਾ। ਤੇ ਕੱਲ੍ਹ ਵੀ ਆਪਾਂ ਦੇਖਿਆ ਕਿ ਨੌਜਵਾਨਾਂ ਦੀ ਗਿਣਤੀ ਉੱਥੇ ਵੱਡੀ ਜਿਹੜੀ ਦੇਖਣ ਨੂੰ ਮਿਲੀ। ਅਸੀਂ ਥੋੜ੍ਹੇ ਜਿਹੇ ਇਸ ਕੁਤਾਹੇ ਪਏ ਹੋਏ ਹਾਂ ਕਿ ਅਸੀਂ ਬੰਦੇ ਦੇ ਜਾਣ ਤੋਂ ਬਾਅਦ ਉਹਦੀ ਪਹਿਚਾਣ ਕਰਦੇ ਹਾਂ। ਉਹ ਚਾਹੇ ਸੰਤ ਭਿੰਡਰਾਂ ਵਾਲੇ ਸੀਗੇ, ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲ ਰਿਹਾ। ਸਾਨੂੰ ਬੰਦੇ ਮਾਰ ਕੇ ਵੀ ਸੜਕਾਂ 'ਤੇ ਬੈਠ ਕੇ ਸਾਨੂੰ ਉਹਨਾਂ ਦੇ ਕਾਤਲ ਫੜਨ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਪੈ ਰਹੀਆਂ। ਸੰਸਕਾਰ 'ਤੇ ਨਾਅਰੇ ਲੱਗਦੇ ਆ ਕਿ ਬਾਜਾਂ ਵਾਲਿਓ, ਤਾਜਾਂ ਵਾਲਿਓ, ਸਾਨੂੰ ਗਾਤਰੇ ਪਵਾ ਦਿਓ, ਸਾਨੂੰ ਅਮਰਧਾਰੀ ਬਣਾ ਦਿਓ, ਸਾਨੂੰ ਕੁਰਾਹੇ ਪਿਆ ਨੂੰ ਰਾਹ 'ਤੇ ਪਾ ਦਿਓ। ਸੋ ਇੱਦਾਂ ਦੀਆਂ ਗੱਲਾਂ ਜਦੋਂ ਨੌਜਵਾਨੀ ਕਰੂਗੀ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਮਸਲੇ ਆ ਬਹੁਤ ਛੇਤੀ ਹੱਲ ਹੋਣ ਵਾਲੇ ਪਾਸੇ ਜਾਣੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸਹੀ ਪਾਸੇ ਜਾਵੇ, ਕੀ ਮੰਨਦੇ ਹੋ ਫਿਰ? ਕਾਰਨ ਕਿਉਂਕਿ ਲੋਕ ਤਾਂ ਚਾਹੁੰਦੇ ਆ, ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਨਿਰਾਸ਼ਾ ਜ਼ਰੂਰ ਭੁਗਤਣੀ ਪੈਂਦੀ। ਅਸੀਂ ਸਿਸਟਮ ਦੇ ਇੰਨਾ ਕੁ ਵਿੱਚ ਉਲਝੇ ਹਾਂ, ਜੇ ਇੱਕ ਨੇ ਥੋੜ੍ਹਾ ਜਿਹਾ ਉਲਟ ਕਹਿਤਾ ਤਾਂ ਅਸੀਂ ਸਹਾਰਦੇ ਨਹੀਂ ਆ, ਅਸੀਂ ਉਹਦੇ ਮਗਰ ਲਾ ਕੇ ਬੋਲਣ ਲੱਗ ਪਏ। ਮੈਂ ਹਾਂ ਗੁਰਜੀਤ ਸਿੰਘ ਰਮਾਣਾ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਤਾਂ ਬੀਤੇ ਕੱਲ੍ਹ ਦੀ ਗੱਲ ਕਰੀਏ ਤਾਂ ਦੀਪ ਸਿੱਧੂ ਦਾ ਅੰਤਮ ਅਰਦਾਸ ਸੀ ਫਤਿਹਗੜ੍ਹ ਸਾਹਿਬ ਦੇ ਵਿੱਚ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਸਨ, ਸ਼ਰਧਾਂਜਲੀ ਦਿੱਤੀ ਗਈ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਿਮਰਜੀਤ ਸਿੰਘ ਮਾਨ, ਉਹ ਵੀ ਉੱਥੇ ਪਹੁੰਚੇ ਹੈ। ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਇੱਕ ਗੱਲ ਕਹੀ ਹੈ ਕਿ ਆਉਣ ਵਾਲੀ 6 ਮਾਰਚ ਨੂੰ ਬਰਗਾੜੀ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ, ਜਿੱਥੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ, ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ। ਉੱਥੇ ਹੀ ਸੈਂਟਰ ਨੂੰ ਇੱਕ ਨੋਟਿਸ ਵੀ ਭੇਜਿਆ ਜਾਵੇਗਾ। ਤਾਂ ਇਸੇ ਵਿਸ਼ੇ 'ਤੇ ਅੱਜ ਗੱਲਬਾਤ ਕਰਾਂਗੇ। ਅਸੀਂ ਪਹੁੰਚੇ ਹਾਂ ਬੇਅਦਬੀ ਇਨਸਾਫ ਮੋਰਚੇ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ। ਤਾਂ ਬਾਈਬਲ ਕਲਾਂ ਦੇ ਵਿੱਚ ਕਿਸ਼ਨ ਭਗਵਾਨ ਸਿੰਘ ਦੇ ਸੁਪੁੱਤਰ ਨੇ ਸੁਖਰਾਜ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੁਖਰਾਜ ਜੀ ਕਿਵੇਂ ਦੇਖਦੇ ਹੋ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਇੱਕ ਬਿਆਨ ਆਇਆ ਹੈ ਕਿ ਫਿਰ ਤੋਂ ਜਿਹੜਾ ਇੱਕ ਵੱਡਾ ਇਕੱਠ ਬਰਗਾੜੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਉਣ ਵਾਲੀ 6 ਮਾਰਚ ਨੂੰ ਰੱਖਿਆ ਜਾਵੇਗਾ? ਬਿਲਕੁਲ ਬਾਈ ਜੀ, ਪਹਿਲਾਂ ਤਾਂ ਬਾਈ ਦੀਪ ਸਿੱਧੂ ਦੇ ਜਾਣ ਦਾ ਸਾਨੂੰ ਜਿਹੜਾ ਬੇਹੱਦ ਅਫਸੋਸ ਹੈ, ਕਿਉਂਕਿ ਉਹ ਇੱਥੇ ਸਾਡੇ ਨਾਲ ਸੀ, ਮੋਰਚੇ 'ਚ ਵੀ ਸਾਡੇ ਕੋਲੇ ਆ ਕੇ ਗਏ ਆ। ਤੇ ਉਹਨਾਂ ਦੀਆਂ ਜਿਹੜੀਆਂ ਤੁਸੀਂ ਸਾਰਿਆਂ ਨੇ ਵੀਡੀਓ ਸੁਣੀਆਂ ਹੀ, ਉਹਨਾਂ ਦਾ ਕੀ ਇਸ ਮੋਰਚੇ ਪ੍ਰਤੀ ਜਿਹੜਾ ਓਪੀਨੀਅਨ ਸੀਗਾ। ਸੋ ਮਾਨ ਸਾਹਿਬ ਨੇ ਜਿਹੜਾ ਬਗਰਾੜੀ ਦਾ ਪ੍ਰੋਗਰਾਮ ਲਿਖਿਆ, ਮੈਂ ਸਮਝਦਾ ਕਿ ਹਰ ਇੱਕ ਸਿੱਖ ਨੂੰ ਬੇਅਦਬੀ ਦੇ ਨਾਂ ਤੇ ਜਿਹੜਾ ਪ੍ਰੋਟੈਸਟ ਕਰਨਾ ਚਾਹੀਦਾ, ਕਿਉਂਕਿ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜੀ ਬੇਅਦਬੀ ਹੋ ਰਹੀ ਆ ਉਹਨੂੰ ਰੋਕਣ ਵਾਸਤੇ ਸਾਨੂੰ ਜਿਹੜੇ ਪ੍ਰੋਟੈਸਟ ਆ ਉਹ ਹਰ ਇੱਕ ਥਾਂ ਤੇ ਕਰਨੇ ਚਾਹੀਦੇ ਆ। ਪਰ ਜਿੱਥੇ ਅਸੀਂ ਗੱਲ ਕਰੀਏ ਕਿ ਬਗਰਾੜੀ ਦੇ ਵਿੱਚ ਜਿਹੜਾ ਇਕੱਠ ਹੈ ਜੇ ਮਾਨ ਸਾਹਿਬ ਰੋਡ ਤੇ ਰੱਖਣਗੇ, ਜਿੱਥੇ ਮੋਰਚਾ ਲੱਗਿਆ ਸੀ, ਜਾਂ ਰੋਡ ਦੇ ਉੱਤੇ ਪ੍ਰੋਟੈਸਟ ਕਰਨਗੇ, ਤਾਂ ਉਹ ਜ਼ਿਆਦਾ ਜਿਹੜਾ ਪ੍ਰਭਾਵਸ਼ਾਲੀ ਹੋਊਗਾ ਸਰਕਾਰਾਂ ਦੇ ਲਈ, ਇਸ ਸਿਸਟਮ ਦੇ ਲਈ। ਕਿ ਜਿੰਨਾ ਟਾਈਮ ਅਸੀਂ ਇਸ ਸਿਸਟਮ ਨੂੰ ਜਿਹੜੀ ਹੈ ਚੁਣੌਤੀ ਨਹੀਂ ਦਿੰਦੇ, ਇਹਨਾਂ ਨੂੰ ਦੱਸਦੇ ਨਹੀਂ ਹੈ ਕਿ ਅਸੀਂ ਹੈਗੇ ਹਾਂ, ਸੜਕਾਂ ਜਾਮ ਨਹੀਂ ਹੁੰਦੀਆਂ, ਉਹਨਾਂ ਟਾਈਮ ਜਿਹੜਾ ਮੈਂ ਸਮਝਦਾ ਕਿ ਇਸ ਦੇ ਉੱਤੇ ਜਿਹੜਾ ਕੋਈ ਵੀ ਸਿਸਟਮ ਦੇ ਕੰਨ 'ਤੇ ਜੂੰ ਨਹੀਂ ਸਰਕੂਗੀ। ਜੇ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਉੱਥੇ ਸਿੰਬੋਲਿਕ ਪ੍ਰੋਟੈਸਟ ਕਰਕੇ, ਇਕੱਠ ਕਰਕੇ ਤੇ ਲੋਕਾਂ ਨੂੰ ਫਿਰ ਤੋੜ ਦਿਆਂਗੇ, ਤਾਂ ਉਹਦੇ ਨਾਲੋਂ ਬਿਹਤਰ ਆ ਕਿ ਆਪਾਂ ਰੋਡ ਦੇ ਉੱਤੇ ਜਿਹੜਾ ਪ੍ਰੋਟੈਸਟ ਕਰੀਏ। ਜਿਵੇਂ ਹੁਣ ਇੱਥੇ ਤੁਸੀਂ ਲੰਬੇ ਸਮੇਂ ਤੋਂ ਇੱਥੇ ਮੋਰਚਾ ਲਈ ਬੈਠੇ ਹੋ, ਇੱਥੇ ਵੀ ਤੁਹਾਡਾ ਮਤਲਬ ਵੀ ਇੱਥੇ ਵੀ ਜੇ ਕਿਤੇ ਨਾ ਕਿਤੇ ਜੇ ਇੱਥੇ ਵੀ ਇਕੱਠ ਹੋ ਜੇ ਵੱਡਾ, ਜਿਹੜੀ ਥੋੜ੍ਹੀ ਜਿਹੀ ਆਵਾਜ਼ ਆ ਜਿਹੜੀ ਹੋਰ ਜਿਹੜੀ ਉੱਪਰ ਤੱਕ ਪਹੁੰਚ ਸਕਦੀ? ਨਹੀਂ, ਅਸੀਂ ਦੇਖੋ ਜੀ, ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਗੱਲ ਜਾਂਦੀ ਆ ਕਿ ਇਸ ਟਾਈਮ ਸਰਕਾਰ ਕੋਈ ਨਹੀਂ ਹੈ ਤੇ ਪ੍ਰੋਟੈਸਟ ਕਿਹਦੇ ਖਿਲਾਫ ਆ। ਮੈਂ ਪਹਿਲਾਂ ਵੀ ਕਹਿੰਦਾ ਆਇਆ ਕਿ ਸਾਡਾ ਜਿਹੜਾ ਪ੍ਰੋਟੈਸਟ ਆ, ਸਿੰਬੋਲਿਕ ਪ੍ਰੋਟੈਸਟ, ਇਹ ਉਸ ਸਿਸਟਮ ਦੇ ਖਿਲਾਫ ਆ ਜਿਹੜਾ ਅੱਜ ਤੱਕ ਸਾਨੂੰ 7 ਸਾਲ ਦੀ ਹੋ ਰਹੀ ਬੇਅਦਬੀ ਦਾ ਇਨਸਾਫ ਨਹੀਂ ਦੇ ਸਕਿਆ। ਜਿਹੜੇ ਸਿਸਟਮ ਨੇ ਜਾਂਚਾਂ ਦੇ ਵਿੱਚੋਂ ਇੰਨੀਆਂ ਕੁ ਕੁਤਾਹੀਆਂ ਕੀਤੀਆਂ ਕਿ ਦੋਸ਼ੀਆਂ ਨੂੰ ਜੇਲ੍ਹਾਂ ਦੇ ਵਿੱਚੋਂ ਬਰੀ ਕੀਤਾ ਜਾ ਰਿਹਾ, ਦੋਸ਼ੀਆਂ ਨੂੰ ਪਰਚੇ ਦਰਜ ਕਰਨ ਦੀ ਥਾਂ ਤੇ ਪਰੋਲਾਂ ਮਿਲ ਰਹੀਆਂ। ਸੋ ਉਹ ਪ੍ਰੋਟੈਸਟ ਅਸੀਂ ਸਰਕਾਰ ਬਣਨ ਤੋਂ ਬਾਅਦ ਜਿਹੜਾ ਇੱਥੇ ਅਸੀਂ ਇਕੱਠ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਕਾਲ ਦੇਵਾਂਗੇ, ਕਿਉਂਕਿ 3 ਮਹੀਨੇ ਦਾ ਸਮਾਂ ਜਿਹੜਾ ਉਦੋਂ ਨੂੰ ਹੋ ਜਾਣਾ ਹੈ। ਹਜੇ 20 ਦਿਨ ਸਰਕਾਰ ਨਹੀਂ ਬਣਦੀ ਹੈ,
ਤੇ ਉਦੋਂ ਤੱਕ ਜਿਹੜਾ 3 ਮਹੀਨੇ ਦਾ ਸਮਾਂ ਵੀ ਸਾਨੂੰ ਹੋ ਜਾਊਗਾ ਇੱਥੇ ਬੈਠਿਆਂ। ਤਾਂ ਅਸੀਂ ਉਸ ਸਰਕਾਰ ਬਣਨ ਤੋਂ ਬਾਅਦ ਜਿਹੜੀ ਨਵੀਂ ਸਰਕਾਰ ਆਊਗੀ ਉਹਨੂੰ ਇੱਕ ਅਲਟੀਮੇਟਮ ਸਿਸਟਮ ਤੌਰ ਤੇ ਇਕੱਠ ਰੱਖਾਂਗੇ। ਸੋ ਪਹਿਲਾਂ ਵੀ ਮੈਂ ਕਹਿੰਦਾ ਆਇਆ, ਹੁਣ ਵੀ ਕਹਿੰਦਾ, ਉਹ ਸ਼ਾਂਤਮਈ ਨਹੀਂ ਹੋਊਗਾ। ਲੋਕੀ ਸ਼ਾਂਤਮਈ 7 ਸਾਲ ਦੇ ਦੇਖੀ ਹੁੰਦੇ ਆ। ਜਿੰਨਾ ਟਾਈਮ ਅਸੀਂ ਇਹਨਾਂ ਦੇ ਨਾਲ ਆਡਾ ਲੈ ਕੇ ਨਹੀਂ ਚੱਲਾਂਗੇ ਜਾਂ ਸਿਸਟਮ ਨੂੰ ਮਜਬੂਰ ਨਹੀਂ ਕਰਾਂਗੇ ਤਾਂ ਸਾਨੂੰ ਇਨਸਾਫ ਆ ਜਿਹੜਾ ਨਹੀਂ ਮਿਲੂਗਾ। ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਇਆ, ਉਹਨਾਂ ਲੋਕਾਂ ਦੀ ਸੋਚ ਨੂੰ ਤੁਸੀਂ ਕੀ ਦੇਖਦੇ ਹੋ? ਕਿਉਂਕਿ ਪਹਿਲਾਂ ਉਸੇ ਦੀਪ ਨੂੰ ਜਿਹੜਾ ਗਦਾਰ ਤੱਕ ਦਾ ਜਿਹੜਾ ਖਿਤਾਬ ਦੇ ਦਿੱਤਾ ਗਿਆ ਸੀਗਾ, ਲੋਕ ਪਿੱਛੇ ਹਟ ਗਏ ਸੀਗੇ ਤੇ ਬਹੁਤ ਜਿਹੜਾ ਨੌਜਵਾਨ ਜਿਹੜਾ ਜ਼ਿਆਦਾ ਜੁੜਿਆ ਸੀਗਾ। ਤੇ ਕੱਲ੍ਹ ਵੀ ਆਪਾਂ ਦੇਖਿਆ ਕਿ ਨੌਜਵਾਨਾਂ ਦੀ ਗਿਣਤੀ ਉੱਥੇ ਵੱਡੀ ਜਿਹੜੀ ਦੇਖਣ ਨੂੰ ਮਿਲੀ। ਬਿਲਕੁਲ ਬਾਈ, ਅਸੀਂ ਥੋੜ੍ਹੇ ਜਿਹੇ ਇਸ ਕੁਤਾਹੇ ਪਏ ਹੋਏ ਹਾਂ ਕਿ ਅਸੀਂ ਬੰਦੇ ਦੇ ਜਾਣ ਤੋਂ ਬਾਅਦ ਉਹਦੀ ਪਹਿਚਾਣ ਕਰਦੇ ਹਾਂ। ਉਹ ਚਾਹੇ ਸੰਤ ਭਿੰਡਰਾਂ ਵਾਲੇ ਸੀਗੇ ਤੇ ਉਹ ਚਾਹੇ ਹੋਰ ਵੀ ਜਿੰਨੇ ਪੰਜਾਬ ਦੇ ਵਿੱਚ ਜਥੇਦਾਰ ਆਪਣਾ ਕੌਂਕੇ ਸਾਹਿਬ ਸੀ, ਆਗੂ ਹੋਏ ਆ, ਜਿਹੜੇ ਮਤਲਬ ਚੜ੍ਹਦੀ ਕਲਾ ਨਾਲ ਲੋਕਾਂ ਨੂੰ ਨਾਲ ਜੋੜਨ ਦੀਆਂ ਗੱਲਾਂ ਕਰਦੇ ਆ। ਉਸੇ ਹੀ ਰਾਹ 'ਤੇ ਚੱਲਦਿਆਂ ਦੀਪ ਨੇ ਵੀ ਬਹੁਤ ਨੌਜਵਾਨਾਂ ਨੂੰ ਪੁਰਜੋਰ ਅਪੀਲਾਂ ਕੀਤੀਆਂ। ਬਹੁਤ ਨੌਜਵਾਨਾਂ ਦੇ ਵਿੱਚ ਜਿਹੜੇ ਆਪਾਂ ਅੱਜ ਲੈਕਚਰ ਅੱਜ ਜੋ ਚੱਲ ਰਹੇ ਆ ਅੱਜ ਜੋ ਉਹਦੀਆਂ ਸਟੇਟਮੈਂਟਾਂ ਵਾਰ-ਵਾਰ ਆਪਾਂ ਸੁਣ ਰਹੇ ਹਾਂ। ਸੋ ਜਦੋਂ ਉਹ 26 ਤੋਂ ਬਾਅਦ ਮੈਂ ਸਮਝਦਾ ਕਿ ਉਹਨੂੰ ਗ੍ਰਿਫਤਾਰ ਲਈ ਪੁਲਿਸ ਲੱਭ ਰਹੀ ਸੀ ਤਾਂ ਉਹਦਾ ਇੱਕ ਲਾਈਵ ਆ ਜਿਹਦੇ 'ਚ ਬਾਈ ਕਹਿੰਦਾ ਕਿ ਯਾਰ ਤੁਸੀਂ ਗਦਾਰ ਦੇ ਸਰਟੀਫਿਕੇਟ ਦੇਣ ਜੋਗੇ ਹੋ, ਤੁਸੀਂ ਬਰਸੀਆਂ 'ਤੇ ਇਕੱਠੇ ਹੁੰਦੇ ਹੋ, ਭੋਗਾਂ 'ਤੇ ਇਕੱਠੇ ਹੁੰਦੇ ਹੋ। ਸੋ ਉਹ ਗੱਲ ਵੀ ਕੱਲ੍ਹ ਪੰਜਾਬ ਨੇ ਸਾਬਤ ਕਰਤੀ ਆ ਕਿ ਅਸੀਂ ਵਾਕਈ ਬਰਸੀਆਂ ਭੋਗਾਂ 'ਤੇ ਇਕੱਠੇ ਹੁੰਦੇ ਹਾਂ। ਜਿਉਂਦੇ ਬੰਦੇ ਲਈ ਆਪਾਂ ਇਕੱਠੇ ਹੋਈਏ, ਉਹਦੇ ਵਿਚਾਰਾਂ ਦੇ ਨਾਲ ਜਿਹੜੀ ਅੱਗੇ ਚੱਲੀਏ ਤਾਂ ਜੇ ਉਹੀ ਕੱਲ੍ਹ ਉਹਦੀ ਅਗਵਾਈ ਦੀਪ ਇਕੱਠ ਦੀ ਕਰਦਾ ਹੁੰਦਾ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਮਸਲੇ ਆ ਹੱਲ ਕਰਾਉਣ ਵਾਲੇ ਪਾਸੇ ਨੂੰ ਨੌਜਵਾਨੀ ਤੁਰਦੀ। ਬੇਅਦਬੀ ਦੇ ਨਾਂ 'ਤੇ ਕੋਈ ਗੱਲ ਕਰਦੇ, ਪੰਜਾਬ ਦੇ ਨਸ਼ਿਆਂ ਦੇ ਨਾਂ 'ਤੇ ਗੱਲ ਕਰਦੇ, ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ, ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਤਾਂ ਪੰਜਾਬ ਜਿਹੜਾ ਮੈਂ ਸਮਝਦਾ ਕਿ ਨੌਜਵਾਨੀ ਚੰਗੇ ਰਾਹੇ ਪਊਗੀ ਜੇ ਅਸੀਂ ਜਿਉਂਦੇ ਆਗੂਆਂ ਦੀ ਪਹਿਚਾਣ ਕਰਾਂਗੇ, ਜੇ ਜਿਉਂਦੇ ਬੰਦੇ ਮਗਰ ਤੁਰਾਂਗੇ। ਜੇ ਅਸੀਂ ਭੋਗਾਂ ਬਰਸੀਆਂ 'ਤੇ ਉਹ ਤਾਂ ਫਿਰ ਆਏ ਸਾਲ ਬਰਸੀ ਮੰਨੀਆਂ ਜਾਂਦੀਆਂ, ਹੁਣ ਅਗਲੇ ਸਾਲ ਫਿਰ ਇਕੱਠ ਹੋ ਜੂ, ਬਰਸੀ ਮਨਾਈ ਜਾਊ। ਸੁਖਰਾਜ, ਜਿਵੇਂ ਹੁਣ ਕੱਲ੍ਹ ਉੱਥੇ ਲੋਕ ਪਹੁੰਚੇ ਹੈ, ਜੇ ਕੋਈ ਬੱਸ 'ਤੇ ਆਇਆ, ਆਪਦੇ ਨਿੱਜੀ ਵਹੀਕਲ 'ਤੇ ਆਇਆ, ਕਾਰ 'ਤੇ ਆਇਆ, ਮੋਟਰਸਾਈਕਲ 'ਤੇ ਆਇਆ ਜਾਂ ਕੋਈ ਪੈਦਲ ਆਇਆ, ਹਰੇਕ ਦੇ ਹੱਥ ਦੇ ਵਿੱਚ ਕੇਸਰੀ ਝੰਡਾ ਸੀਗਾ, ਗੱਡੀਆਂ 'ਤੇ ਕੇਸਰੀ ਝੰਡੇ ਲੱਗੇ ਸੀਗੇ ਤੇ ਕਿਤੇ ਨਾ ਕਿਤੇ ਉੱਥੇ ਜਿਹੜੇ ਖਾਲਿਸਤਾਨ ਦੇ ਨਾਅਰੇ ਵੀ ਲਾਏ ਗਏ ਹੈ। ਲੋਕਾਂ ਦੀ ਸੋਚ ਨੂੰ ਕੀ ਮੰਨਦੇ? ਨਹੀਂ, ਲੋਕਾਂ ਦੀ ਸੋਚ ਬਾਈ ਖਾਲਿਸਤਾਨ ਦੀ ਲੋੜ ਹੀ ਕਿਉਂ ਪਈ ਹੈ ਸਾਨੂੰ? ਖਾਲਿਸਤਾਨ ਦੀ ਲੋੜ ਸਾਨੂੰ ਤਾਂ ਪਈ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਨਾਲ ਧੱਕਾ ਹੋ ਰਿਹਾ ਤਾਂ ਸਾਨੂੰ ਇੱਕ ਵੱਖਰਾ ਦੇਸ਼ ਜਾਂ ਵੱਖਰੀ ਸਟੇਟ ਦੀ ਮੰਗ ਕਿਉਂ ਉੱਠੀ ਆ ਕਿ ਸਾਡੇ ਨਾਲ ਇਹ ਸਿਸਟਮ ਧੱਕਾ ਕਰ ਰਿਹਾ। ਤਾਂ ਰਹੀ ਗੱਲ ਕੱਲ੍ਹ ਵਾਲੇ ਨੌਜਵਾਨੀ ਦੀ, ਕੱਲ੍ਹ ਵਾਲੀ ਨੌਜਵਾਨੀ ਜਜ਼ਬਾ ਇੱਕ ਉਹ ਚੀਜ਼ ਲੈ ਕੇ ਆਈ ਸੀ ਕਿ ਨੌਜਵਾਨੀ ਵਾਕਈ ਸੋਚਦੀ ਆ ਕਿ ਅਸੀਂ ਕਿਤੇ ਨਾ ਕਿਤੇ ਗੁਲਾਮ ਆ। ਸਾਡੇ ਸਿਸਟਮ ਦੇ ਵਿੱਚ ਸਾਨੂੰ ਜਿਹੜਾ ਅਧਿਕਾਰ ਨਹੀਂ ਉਹ ਮਿਲ ਰਿਹਾ। ਕੱਲ੍ਹ ਨੌਜਵਾਨੀ ਨੇ ਜਿਹੜਾ ਉੱਥੇ ਇਕੱਠ ਦਿਖਾਇਆ, ਇੱਕ ਚੰਗੇ ਲੀਡਰ ਦੀ ਭੁੱਖ ਮੈਂ ਫੇਰ ਕਹਾਂਗਾ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੀ ਆ, ਜਿਹਦੀ ਨੌਜਵਾਨੀ ਅਗਵਾਈ ਭਾਲਦੀ ਆ ਕਿ ਨੌਜਵਾਨੀ ਨੂੰ ਚੰਗਾ ਲੀਡਰ ਮਿਲੇ, ਕੌਮ ਨੂੰ ਸਮਰਪਿਤ ਲੀਡਰ ਮਿਲੇ। ਤਾਂ ਖਾਲਿਸਤਾਨ ਕਹਿਣਾ ਕੋਈ ਵੱਡੀ ਗੱਲ ਨਹੀਂ ਹੈ। ਖਾਲਿਸਤਾਨ ਕੋਈ ਆਪਾਂ ਸਮਝਦੇ ਆ ਕੋਈ ਕ੍ਰਾਈਮ ਨਹੀਂ ਹੈ। ਜੇ ਕੋਈ ਵੱਖਰੇ ਦੇਸ਼ ਦੀ ਜਾਂ ਵੱਖਰੀ ਸਟੇਟ ਦੀ ਮੰਗ ਉੱਠੀ ਹੈ ਸਿਸਟਮ 'ਚੋਂ ਤਾਂ ਕਿਉਂ ਉੱਠੀ ਆ? ਅੱਕ ਕੇ ਉੱਠੀ ਹੈ ਇਸ ਸਿਸਟਮ ਤੋਂ। ਲੋਕ ਇਸ ਖਿੱਤੇ ਤੋਂ ਅੱਕ ਚੁੱਕੇ ਆ। ਸਾਡੀ ਹੋਂਦ ਨੂੰ ਖਤਮ ਕਰਨ ਦੀਆਂ ਗੱਲਾਂ ਆਪਾਂ ਗੱਲ ਕਰੀਏ ਕਿ ਇਤਿਹਾਸ ਨਾਲ ਛੇੜਛਾੜ ਹੋ ਰਹੀ ਆ, ਸਾਡੇ ਗੁਰੂਆਂ ਦੀ ਬੇਅਦਬੀ ਹੋ ਰਹੀ ਆ, ਬੇਅਦਬੀ ਦੇ ਉੱਤੇ ਰਾਜਨੀਤੀ ਹੋ ਰਹੀ ਆ, ਰਾਜਨੀਤੀ ਤੇ ਐਡੀ ਕੁ ਘਟੀਆ ਰਾਜਨੀਤੀ ਹੋ ਰਹੀ ਹੈ, ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲ ਰਿਹਾ। ਸਾਨੂੰ ਬੰਦੇ ਮਾਰ ਕੇ ਵੀ ਸੜਕਾਂ 'ਤੇ ਬੈਠ ਕੇ ਸਾਨੂੰ ਉਹਨਾਂ ਦੇ ਕਾਤਲ ਫੜਨ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਪੈ ਰਹੀਆਂ। ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਨੌਜਵਾਨੀ ਹੈ ਜਿਹੜੀ ਉਹ ਕੁਤਾਹੇ ਪੈ ਚੁੱਕੀ ਨੂੰ ਰਾਹੇ ਲਿਆਉਣ ਵਾਸਤੇ ਇੱਦਾਂ ਦੇ ਇਕੱਠ ਆ ਜਿਹੜੇ ਹੋਣੇ ਵੀ ਚਾਹੀਦੇ ਆ ਅਤੇ ਨੌਜਵਾਨੀ 'ਚ ਜਾਗਰੂਕਤਾ ਏਕਤਾ ਹੋਣੀ ਚਾਹੀਦੀ ਆ। ਤੁਸੀਂ ਦੇਖੋ ਵੀ ਕੱਲ੍ਹ ਦੇ ਇਕੱਠ 'ਚੋਂ 150 ਬੰਦੇ ਨੇ ਅੰਮ੍ਰਿਤ ਛਕਿਆ। ਸੰਸਕਾਰ 'ਤੇ ਨਾਅਰੇ ਲੱਗਦੇ ਆ ਕਿ ਬਾਜਾਂ ਵਾਲਿਓ, ਤਾਜਾਂ ਵਾਲਿਓ, ਸਾਨੂੰ ਗਾਤਰੇ ਪਵਾ ਦਿਓ, ਸਾਨੂੰ ਅੰਮ੍ਰਿਤਧਾਰੀ ਬਣਾ ਦਿਓ, ਸਾਨੂੰ ਕੁਰਾਹੇ ਪਿਆ ਨੂੰ ਰਾਹ 'ਤੇ ਪਾ ਦਿਓ। ਸੋ ਇੱਦਾਂ ਦੀਆਂ ਗੱਲਾਂ ਜਦੋਂ ਨੌਜਵਾਨੀ ਕਰੂਗੀ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਮਸਲੇ ਆ ਬਹੁਤ ਛੇਤੀ ਹੱਲ ਹੋਣ ਵਾਲੇ ਪਾਸੇ ਜਾਣਗੇ। ਜਿਵੇਂ ਨਾ ਇੱਕ ਗੱਲ ਕੀਤੀ ਤੁਸੀਂ ਚੰਗੇ ਲੀਡਰ ਦੀ, ਚੰਗੇ ਲੀਡਰ 'ਤੇ ਆਪਾਂ ਆਉਣੇ ਆ। ਜਿਵੇਂ ਹੁਣ ਕੱਲ੍ਹ ਇਕੱਠ ਹੋਇਆ, ਇਸ ਤੋਂ ਪਹਿਲਾਂ ਜਦੋਂ ਬਰਗਾੜੀ ਦੇ ਵਿੱਚ ਇੱਕ ਮੋਰਚਾ ਲੱਗਿਆ ਸੀ ਉਦੋਂ ਵੀ ਇੱਕ ਤਰੀਕ ਰੱਖੀ ਗਈ ਸੀ 8, ਉਦੋਂ ਇੰਨਾ ਕੁ ਇਕੱਠ ਹੋ ਗਿਆ ਸੀਗਾ। ਲੋਕ ਚਾਹੁੰਦੇ ਆ ਕਿਤੇ ਨਾ ਕਿਤੇ ਵੀ ਸਾਡਾ ਆਉਣ ਵਾਲਾ ਭਵਿੱਖ ਬਦਲੇ, ਸਾਨੂੰ ਚੰਗੇ ਲੀਡਰ ਮਿਲਣ, ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਸਹੀ ਪਾਸੇ ਜਾਵੇ। ਕੀ ਮੰਨਦੇ ਹੋ ਫਿਰ ਕਾਰਨ? ਕਿਉਂਕਿ ਲੋਕ ਤਾਂ ਚਾਹੁੰਦੇ ਆ, ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਨਿਰਾਸ਼ਾ ਜ਼ਰੂਰ ਜਿਹੜੀ ਭੁਗਤਣੀ ਪੈਂਦੀ ਹੈ। ਸਾਨੂੰ ਹਮੇਸ਼ਾ ਸਟੇਟ ਦੇ ਹੱਥ ਟੋਕੇ ਜਿਹੜੇ ਕਵਰ ਕਰ ਜਾਂਦੇ ਆ। ਸਾਡੇ 'ਚ ਜਾਬਤਾ ਜਿਹੜਾ ਆਪਾਂ ਗੱਲ ਕਰੀਏ ਬਈ ਉਹ ਨਹੀਂ ਹੈ। ਅਸੀਂ ਸਿਸਟਮ ਦੇ ਇੰਨਾ ਕੁ ਵਿੱਚ ਉਲਝੇ ਹਾਂ, ਜੇ ਇੱਕ ਨੇ ਥੋੜ੍ਹਾ ਜਿਹਾ ਉਲਟ ਕਹਿਤਾ ਤਾਂ ਅਸੀਂ ਸਹਾਰਦੇ ਨਹੀਂ ਹਾਂ, ਅਸੀਂ ਉਹਦੇ ਮਗਰ ਲਾ ਕੇ ਬੋਲਣ ਲੱਗ ਜਾਂਦੇ ਹਾਂ।
ਬਾਈ ਦੀਪ ਨੂੰ ਲਾਲ ਕਿਲੇ ਤੋਂ ਜੇ ਆਪਾਂ ਗੱਲ ਕਰੀਏ ਸੰਭੂ ਦੀ ਸਟੇਜ ਤੇ ਪਹੁੰਚਣ ਤੱਕ ਮਸਾਂ 2 ਘੰਟਿਆਂ ਦਾ ਸਮਾਂ ਜਾਂ ਘੰਟੇ ਦਾ ਸਮਾਂ ਲੱਗਿਆ ਹੋਣਾ। ਲਾਲ ਕਿਲੇ ਤੇ ਉਹ ਹੀਰੋ ਸੀਗਾ। ਸਿੰਘੂ ਦੀ ਸਟੇਜ ਤੇ ਪਹੁੰਚਦਿਆਂ ਨੂੰ ਗਦਾਰ ਬਣਾ ਦਿੱਤਾ ਗਿਆ। ਉਹੀ ਲਾਲ ਕਿਲੇ ਵਾਲੇ ਉਹਨੂੰ ਚੜ੍ਹਦੀ ਕਲਾ ਪਹਿਲਾਂ ਕਹਿੰਦੇ ਸੀਗੇ। ਸੋ ਸਾਡੇ 'ਚ ਇੱਕ ਬਿਰਤਾਂਤ ਸਿਰਜਿਆ ਜਾਂਦਾ, ਸਾਡੇ 'ਚ ਇੱਕ ਗੱਲ ਭਰੀ ਜਾਂਦੀ ਆ। ਜਦੋਂ ਥੋੜ੍ਹੀ ਜਿਹੀ ਗੱਲ ਕਹਿ ਦੇਣ ਨਾ ਤਾਂ ਉਸ 'ਤੇ ਅਸੀਂ ਉਸੇ ਵਹਿਣ 'ਚ ਬਹਿ ਜਾਂਦੇ ਹਾਂ। ਮੇਰਾ ਇੱਕ ਦੋਸਤ ਆ, ਮੈਂ ਇੱਕ ਐਗਜ਼ਾਮਪਲ ਦਿੰਦਾ ਇੱਥੇ। ਉਹ ਕੀ ਆ, ਆਪਣੀ ਦੁਨੀਆ ਜਿਹੜੀ ਮੋਬਾਈਲ 'ਤੇ ਖੜੀ ਆ, ਫੇਸਬੁੱਕ 'ਤੇ ਖੜੀ ਆ, ਸੋਸ਼ਲ ਮੀਡੀਆ 'ਤੇ ਆ। ਅਸੀਂ ਗਰਾਊਂਡ 'ਤੇ ਬਹੁਤ ਘੱਟ ਆ। ਜੇ ਕੱਲ੍ਹ ਗਰਾਊਂਡ 'ਤੇ ਉਤਰੇ ਆ ਤਾਂ ਤੁਸੀਂ ਰੰਗ ਦੇਖੋ। ਕੱਲ੍ਹ ਮੈਂ ਸਮਝਦਾ ਕਿ ਦਿੱਲੀ ਤੱਕ ਚੀਕਾਂ ਪੈ ਗਈਆਂ ਉਹ ਰੰਗ ਦੀਆਂ ਕਿ ਇਹ ਵਾਕਈ ਨੌਜਵਾਨੀ ਅੱਗੇ ਹੋ ਤੁਰੀ ਆ। ਕਿਉਂਕਿ ਕੱਲ੍ਹ 80 ਤੋਂ 90% ਜਿਹੜਾ ਨੌਜਵਾਨ ਸੀਗਾ ਅਤੇ 10-20% ਜਿਹੜੀਆਂ ਮਾਤਾਵਾਂ, ਬੀਬੀਆਂ, ਬਜ਼ੁਰਗ ਜਿਹੜੀਆਂ ਉਹਦੀਆਂ ਵਿਚਾਰਧਾਰਾ ਨੂੰ ਪਿਆਰ ਕਰਦੀਆਂ ਸੀਗੀਆਂ। ਸੋ ਗੱਲ ਬਾਈ ਜੀ ਇੱਕ ਐਗਜ਼ਾਮਪਲ ਦਿੰਦਾ ਮੈਂ ਇੱਥੇ। ਇੱਕ ਬੰਦੇ, ਮੇਰੇ ਦੋਸਤ ਦਾ ਚਾਚਾ ਸੀ, ਉਹਦੇ ਹੱਥ 'ਚ ਫੋਨ ਸੀਗਾ। ਦਿੱਲੀ 'ਚ ਜਦੋਂ ਲਾਲ ਕਿਲੇ 'ਤੇ ਝੰਡਾ ਚੜ੍ਹਦਾ ਤਾਂ ਉਹਦੇ 'ਤੇ ਉਹ ਖਬਰਾਂ ਆਉਂਦੀਆਂ ਕਿ ਬਹੁਤ ਵਧੀਆ, ਬਹੁਤ ਵਧੀਆ ਹੋਇਆ, ਬਹੁਤ ਵਧੀਆ ਹੋਇਆ। ਉਹ ਰਾਤੇ ਰਾਤ ਹੀ ਕਿਤੇ ਉਹੀ ਖਬਰਾਂ ਵਾਲੇ ਕਿਤੇ ਕਹਿਣ ਲੱਗ ਜਾਂਦੇ ਗਦਾਰ ਆ, ਇਹਨੇ ਮੋਰਚੇ ਨੂੰ ਢਾਹ ਲਾਤੀ। ਅਤੇ ਤੜਕੇ ਨੂੰ ਉਹ ਇੱਥੇ ਬੈਠੇ ਬੰਦੇ ਦਾ ਮਾਈਂਡ ਵਾਸ਼ ਹੋ ਗਿਆ ਦੇਖ ਕੇ ਹੀ। ਸੋ ਅਸੀਂ ਉਹ ਚੀਜ਼ 'ਤੇ ਖੜ੍ਹੇ ਹਾਂ। ਸਾਨੂੰ ਉੱਥੋਂ ਨਿਕਲ ਕੇ ਦਾਇਰਾ ਵੱਡਾ ਕਰਨਾ ਪਊਗਾ। ਸਾਨੂੰ ਤੁਰਨ ਲਈ ਗਰਾਊਂਡ 'ਤੇ ਆਉਣਾ ਪਊਗਾ। ਸਾਡਾ ਏਕਾ ਇੰਨਾ ਕੁ ਹੋਣਾ ਚਾਹੀਦਾ ਕਿ ਬਾਹਰਲਾ ਬੰਦਾ ਸਾਨੂੰ ਤੋੜਨ ਦੀ ਲੱਖ ਕੋਸ਼ਿਸ਼ ਕਰੇ, ਸਾਡੇ ਵਿਚਾਰਕ ਮਤਭੇਦ ਲੱਖ ਹੋਣ, ਪਰ ਸਾਡਾ ਨਿਸ਼ਾਨਾ ਇੱਕ ਹੋਣਾ ਚਾਹੀਦਾ। ਜਿਵੇਂ ਹੁਣ ਦੀਪ ਸਿੱਧੂ ਦਾ ਹਾਦਸਾ ਹੋਇਆ ਹੈ, ਬੜੀਆਂ ਆਵਾਜ਼ਾਂ ਆ ਰਹੀਆਂ, ਕੋਈ ਕਹਿ ਰਿਹਾ ਸਾਜ਼ਿਸ਼ ਹੈ, ਕੋਈ ਕਹਿ ਰਿਹਾ ਜਿਹੜਾ ਵਾਕਈ ਜਿਹੜਾ ਐਕਸੀਡੈਂਟ ਹੋਇਆ। ਤੁਹਾਡਾ ਕੀ ਮੰਨਣਾ ਹੈ, ਉਹਨੂੰ ਹਾਦਸਾ ਮੰਨੋਗੇ ਜਾਂ ਸਾਜ਼ਿਸ਼ ਮੰਨੋਗੇ? ਦੇਖੋ ਜੀ, ਇਹ ਸਾਜ਼ਿਸ਼ ਤਹਿਤ ਕੀਤਾ ਹੋਇਆ ਇੱਕ ਸਿਸਟਮ ਵੱਲੋਂ ਕਤਲ ਹੈ। ਜਿਸ ਹਿਸਾਬ ਨਾਲ ਗੱਡੀ ਟੁੱਟੀ ਦਿਖਾਈ ਗਈ ਹੈ ਤਾਂ ਬੰਦਾ ਉਹ 'ਚ ਨਿਕਲਣਾ ਮੁਸ਼ਕਲ ਹੈ। ਅਤੇ ਬੰਦਾ ਗੱਡੀ ਵੱਜਦੀ ਦੀ ਫੋਟੋ ਨਹੀਂ ਆ, ਵੱਜੀ ਦੀ ਫੋਟੋ ਆ। ਰੋਡ ਜਾਮ ਕੀਤਾ ਗਿਆ, ਜਿਹੜੇ ਹਸਪੀਟਲ 'ਚ ਲੈ ਕੇ ਜਾਣਾ ਉੱਥੇ CRP ਪਹਿਲਾਂ ਲੱਗੀ ਹੋਈ ਆ। ਸੋ ਕਈ ਗੱਲਾਂ ਇੱਦਾਂ ਦੀਆਂ, ਮਤਲਬ ਜੇ ਆਪਾਂ ਗੱਲ ਕਰੀਏ ਬਾਈ ਦੇ ਹੋਰ ਕਿਤੇ ਸਰੀਰ 'ਤੇ ਸੱਟ ਨਹੀਂ ਹੈ, ਸਿਰ 'ਤੇ ਸੱਟ ਹੈ, ਇਹ ਤਾਂ ਉੱਚ ਪੱਧਰ ਦੀ ਜਾਂਚ 'ਤੇ ਪਤਾ ਲੱਗੂਗਾ। ਪਰ ਹਮੇਸ਼ਾ ਹੀ ਇਹ ਸਿਸਟਮ ਨੇ ਜਦੋਂ ਕੋਈ ਪੰਜਾਬ ਦੀ ਆਵਾਜ਼ ਬੁਲੰਦ ਕਰਨ ਵਾਲਾ ਉੱਠਿਆ ਤਾਂ ਉਹਨੂੰ ਐਕਸੀਡੈਂਟ ਦਾ ਰੂਪ ਧਾਰਨ ਕਰਕੇ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਹ ਭਾਵੇਂ ਜਗਦੇਵ ਸਿੰਘ ਖੁੱਡੀਆਂ ਸੀਗੇ, ਕਈ ਹੋਰ ਹੋਏ ਆ, ਸਾਡੇ ਸਾਹਮਣੇ ਆ, ਮਿਸਾਲਾਂ ਬਹੁਤ ਹੋਈਆਂ। ਡਿੰਪੀ ਦਾ ਕਿਹੜਾ ਕਤਲ ਨਹੀਂ ਹੋਇਆ। ਜਿਹੜਾ ਵੀ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕਰਦਾ, ਉਹ ਚਾਹੇ ਸੰਤ ਸੀਗੇ, ਉਹਨਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਦੇ ਪ੍ਰੋਪੋਗੰਡਾ ਬਣਾ ਕੇ ਤਿਆਰ ਕਰਕੇ ਜਿਹੜਾ ਕਤਲ ਦੇ ਘਾਟ ਜਾਂ ਮੌਤ ਦੇ ਘਾਟ ਉਤਾਰਿਆ ਜਾਂਦਾ। ਜੇ ਹੁਣ ਜਾਂਚ ਦੀ ਗੱਲ ਕਹੀ ਜਾ ਰਹੀ ਹੈ, ਜਾਂਚ ਹੋਣੀ ਚਾਹੀਦੀ ਹੈ, ਕੀ ਲੱਗਦਾ ਤੁਹਾਨੂੰ ਜੇ ਜਾਂਚ ਹੁੰਦੀ ਵੀ ਹੈ ਫਿਰ ਤੋਂ ਜਿਹੜੀ ਇਨਸਾਫ ਮਿਲੂ? ਦੇਖੋ, ਇਨਸਾਫ ਤਾਂ ਬਾਈ ਜੀ ਫਿਰ ਉਹੀ ਰਹਿ ਗਿਆ ਨਾ, ਜਦੋਂ ਜਾਂਚਾਂ 'ਚ ਪੈ ਜਾਂਦੇ ਆਪਾਂ ਜਾਂ ਇਨਵੈਸਟੀਗੇਸ਼ਨ ਸਿੱਟਾਂ ਜਸਟਿਸਾਂ 'ਚ ਪੈ ਜਾਂਦੇ ਤਾਂ ਲਮਕਾਇਆ ਜਾਂਦਾ। ਉਹ ਇਸੇ ਆਪਣੇ ਕੋਲੇ ਬਹੁਤ ਵੱਡੀ ਉਦਾਹਰਨ ਪਈ ਆ। 7 ਸਾਲ ਹੋ ਗਏ ਆਪਾਂ ਨੂੰ। ਬੇਅਦਬੀ ਕੀਤੀ ਕਿਹਨੇ, ਕਰਾਈ ਕਿਹਨੇ, ਸਾਰਾ ਕੁਝ ਪਤਾ। ਗੋਲੀ ਚੱਲਦਿਆਂ ਕੌਣ ਸੀਗਾ ਜ਼ਿੰਮੇਵਾਰ, ਕਿਹੜਾ DGP ਸੀਗਾ, ਕਿਹੜੇ ਪੁਲਿਸ ਵਾਲੇ ਨੇ ਕੀਤਾ, ਅੱਜ ਤੱਕ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ ਆ। ਅਤੇ ਅਸੀਂ ਜਾਂਚਾਂ 'ਤੇ ਅਸੀਂ ਉਹਨਾਂ ਪ੍ਰੋਪੋਗੰਡਾ 'ਚ ਪੈ ਕੇ ਅੱਜ 7 ਸਾਲ ਬਾਅਦ ਫਿਰ ਵੀ ਸੜਕਾਂ 'ਤੇ ਬਹਿ ਕੇ ਇਨਸਾਫ ਮੰਗ ਰਹੇ ਹਾਂ। ਸੋ ਕਿਤੇ ਨਾ ਕਿਤੇ ਸਿਸਟਮ ਨੂੰ ਚੈਲੰਜ ਇਹੀ ਆਉਂਦਾ ਕਿ ਪੰਜਾਬ ਦੀ ਨੌਜਵਾਨੀ ਕਿੰਨਾ ਕੁ ਟਾਈਮ ਜੇਲ੍ਹਾਂ 'ਚ ਅਤੇ ਕਿੰਨਾ ਕੁ ਟਾਈਮ ਆਏ ਇਸ ਤਰ੍ਹਾਂ ਮਤਲਬ ਸ਼ਾਂਤਮਈ ਰਹਿ ਕੇ ਚੱਲੂਗੀ। ਸੋ ਇਹ ਆਪ ਹੀ ਉਸ ਨੂੰ ਬਾਗੀਪੁਣੇ ਵੱਲ ਤੋਰਦੇ ਆ। ਤਾਂ ਮੈਂ ਸਮਝਦਾ ਕਿ ਸਾਨੂੰ ਆਪ ਸੰਭਲਣ ਦੀ ਲੋੜ ਆ। ਸਾਨੂੰ ਆਪਸ ਵਿੱਚ ਪਾਟੋ ਧਾਰ ਹੋਣ ਦੀ ਲੋੜ ਨਹੀਂ ਹੈ। ਸਾਡੇ ਵਿਚਾਰਕ ਮਤਭੇਦ ਕਿਸੇ ਨਾਲ ਲੱਖ ਹੋ ਸਕਦੇ ਆ, ਪਰ ਘੱਟੋ ਘੱਟ ਜਿਹੜੇ ਮੁੱਦੇ ਪੰਜਾਬ ਦੇ ਆ, ਅਸਲ ਮੁੱਦੇ ਆ, ਪੰਜਾਬ ਦੀ ਹੋਂਦ ਨੂੰ ਬਚਾਉਣ ਦੇ ਮੁੱਦੇ ਆ, ਸਿੱਖੀ ਦੇ ਮੁੱਦੇ ਆ, ਇਤਿਹਾਸਕ ਆ, ਜਾਂ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਆ, ਉਹਦੇ 'ਤੇ ਸਾਨੂੰ ਇਕੱਠੇ ਹੋਣਾ ਪਊਗਾ। ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ। ਹੁਣ ਜਿਵੇਂ ਪਿਛਲੇ ਦਿਨੀ ਹੈ ਡੇਰਾ ਮੁਖੀ ਰਾਮ ਰਹੀਮ, ਉਹਨੂੰ ਪਹਿਲਾਂ ਪ੍ਰੋਗ ਤੋਂ ਬਾਹਰ ਲਿਆਂਦਾ ਜਾਂਦਾ, ਉਸ ਤੋਂ ਬਾਅਦ ਜਿਹੜੀ ਜੈਡ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ। ਇੱਥੇ ਇੱਕ ਕਤਲ ਕੇਸ ਹੋ ਜੇ ਨਾ, ਉਹਦੇ 'ਚ 2-3 ਸਾਲ ਤਾਂ ਜ਼ਮਾਨਤ ਨਹੀਂ ਹੁੰਦੀ। ਜੇ ਜ਼ਮਾਨਤ ਹੋ ਵੀ ਜਾਵੇ ਤਾਂ ਮੈਂ ਸਮਝਦਾ ਕਿ ਉਹਨੂੰ ਵੱਧ ਤੋਂ ਵੱਧ ਮਹੀਨੇ 1.5 ਮਹੀਨੇ ਬਾਅਦ ਫੇਰ ਬੁਲਾ ਲਿਆ ਜਾਂਦਾ, ਮਤਲਬ ਜੇਲ੍ਹ 'ਚ ਰਹਿਣਾ ਪੈਂਦਾ। ਉਹਦੇ 'ਤੇ 4-4 ਕੇਸ ਹੋਣ, ਉਹ ਵੀ ਬਲਾਤਕਾਰ ਦੇ, ਅਤੇ ਉਮਰ ਕੈਦ ਦੀ ਉਹਦੀ ਸਜ਼ਾ ਹੋਵੇ। ਅਤੇ ਜੇ ਜੇਲ੍ਹਾਂ ਰਿਕਾਰਡ ਦੀ ਗੱਲ ਕਰੀਏ ਤਾਂ ਇਹੋ ਜਿਹਾ ਉਹਦਾ ਮੈਂ ਸਮਝਦਾ ਕਿ ਇੰਨਾ ਚੰਗਾ ਰਿਕਾਰਡ ਵੀ ਨਹੀਂ ਬਣ ਸਕਦਾ ਜਿਹੜਾ 3-4 ਵਾਰੀ ਕਿਤੇ ਮਾਂ 'ਤੇ, ਕਦੇ ਦੂਜੋਂ ਤੀਜੋਂ, ਕਦੇ ਬਿਮਾਰੀ ਦੇ ਬਹਾਨੇ ਨਾਲ ਬਾਹਰ ਆ ਗਿਆ। ਤਾਂ ਸਾਡੇ ਨਾਲ ਹਮੇਸ਼ਾ ਧੱਕਾ ਹੀ ਕਿਉਂ? ਸਾਡੇ ਬੰਦਿਆਂ ਨੇ ਪੰਜਾਬ ਦੇ ਭਲੇ ਖਾਤਰ ਜੁਰਮ ਕਰਕੇ, ਜੇ ਆਪਾਂ ਕਹਿੰਦੇ ਨੇ ਇਹਨਾਂ ਦੀ ਕਿਤਾਬ ਦੇ ਵਿੱਚ ਜੁਰਮ ਆ, ਅਤੇ ਇਹਨਾਂ ਨੇ ਜੇ ਕਿਸੇ ਦਾ ਕਤਲ ਕੀਤਾ ਅਤੇ ਮੰਨਿਆ, ਉਹਦੀ ਸਜ਼ਾ ਭੁਗਤੀ ਆ, ਉਮਰ ਕੈਦਾਂ ਭੁਗਤੀ ਬੈਠੇ ਆ। ਉਹਦੇ ਉਮਰ ਕੈਦਾਂ ਤੋਂ ਵੱਧ ਜਿਹੜੀ 4-4 ਸਾਲ ਵੀ ਲਾਈ ਬੈਠੇ ਆ। ਉਹ ਚਾਹੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋ ਗਏ ਆ, ਉਹ ਭਾਈ ਭਿਓਰਾ ਹੋ ਗਿਆ, ਜਗਤਾਰ ਸਿੰਘ ਤਾਰਾ ਹੋ ਗਿਆ, ਆਪਣੇ ਰਾਜੋਆਣਾ ਸਾਹਿਬ ਹੋ ਗਿਆ, ਜਾਂ ਹੋਰ ਕਈ ਬੰਦੀ ਸਿੰਘ ਹੋ ਗਏ ਆ। ਤਾਂ ਉਹਨਾਂ ਨੂੰ ਅੱਜ ਤੱਕ ਪਰੋਲ ਤੱਕ ਨਹੀਂ ਮਿਲਦੀ। ਅਤੇ ਸਾਡੇ ਨਾਲ ਦੂਰੇ ਮਾਪਦੰਡ ਕਿਉਂ? ਇਹ 4-4 ਕੇਸਾਂ ਦੇ ਵਿੱਚ ਸਜ਼ਾ ਭੁਗਤ ਰਹੇ ਆ।
ਬਲਾਤਕਾਰ ਦੀ ਸਜ਼ਾ ਭੁਗਤ ਰਿਹਾ, 4 ਕੇਸ ਤੇ ਲਗਾਤਾਰ ਚੱਲੀ ਜਾਂਦੇ ਆ ਤੇ ਇਹਨਾਂ ਨੂੰ ਪਰੋਲ ਵੀ ਮਿਲ ਰਹੀ ਆ, ਫਰਲੋ ਮਿਲ ਰਹੀ ਆ, ਫਰਲੋ ਤੋਂ ਬਾਅਦ ਬਾਹਰ ਆ ਕੇ Z+ ਫਿਰ ਮਿਲ ਰਹੀ ਹੈ। ਸੋ ਇਹ ਹਮੇਸ਼ਾ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਹੀ ਹੁੰਦਾ ਆਇਆ ਤੇ ਮੈਂ ਸਮਝਦਾ ਕਿ ਇਹਦੇ ਲਈ ਸਾਡਾ ਏਕਾ ਹੀ ਰੰਗ ਲੈ ਕੇ ਆਊਗਾ ਕਿ ਬੰਦੀ ਸਿੰਘਾਂ ਦੀ ਗੱਲ ਆਪਾਂ ਵੋਟਾਂ ਤੋਂ ਪਹਿਲਾਂ ਹੀ ਚੱਕ ਸਕਦੇ ਸੀ, ਹੁਣ ਵੀ ਚੱਕ ਸਕਦੇ ਹਾਂ। ਸੁਖਰਾਜ ਜੀ, ਜਿਵੇਂ ਹੁਣ ਹਰੇਕ ਜਿੰਨੇ ਨਾਗਰਿਕ ਆ ਪੰਜਾਬ ਦੇ ਜਾਂ ਭਾਰਤ ਦੀ ਗੱਲ ਕਰ ਲਈਏ, ਉਹ ਵੋਟ ਪਾਉਣ ਦਾ ਉਹਨਾਂ ਨੂੰ ਰਾਈਟ ਹੁੰਦਾ, ਉਹਨਾਂ ਦਾ ਮਕਸਦ ਹੁੰਦਾ ਕਿ 5 ਸਾਲ ਬਾਅਦ ਜਿਹੜੀ ਨਵੀਂ ਸਰਕਾਰ ਆਵੇ ਸਾਡਾ ਹੱਲ ਕਰੂਗੀ। ਇਹ ਗੱਲ ਸਾਹਮਣੇ ਆਈ ਹੈ ਕਿ ਤੁਸੀਂ ਐਤਕੀ ਵੋਟ ਦਾ ਜਿਹੜੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ ਗਈ। ਤੁਹਾਨੂੰ ਲੱਗਦਾ ਨਹੀਂਗਾ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਤੁਹਾਡੇ ਮਨਪਸੰਦ ਦੀ ਜਿਹੜੀ ਸਰਕਾਰ ਆਵੇ, ਤੁਹਾਡਾ ਜਿਹੜਾ ਇਨਸਾਫ ਦੇ ਲਈ ਤੁਸੀਂ ਸੜਕ 'ਤੇ ਬੈਠੇ ਹੋ, 3 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਇਨਸਾਫ ਲਈ ਬੈਠੇ ਹੋ, ਜੇ ਤੁਸੀਂ ਵੋਟ ਪਾਉਂਦੇ ਕੋਈ ਚੰਗੀ ਸਰਕਾਰ ਆਉਂਦੀ, ਹੋ ਸਕਦਾ ਤੁਹਾਡਾ ਜਿਹੜਾ ਇੱਥੇ ਸੜਕ ਤੋਂ ਉੱਠ ਕੱਢਦੇ ਤੁਹਾਨੂੰ ਉਠਾ ਦਿੰਦੇ, ਤੁਹਾਡਾ ਹੱਲ ਹੋ ਜਾਂਦਾ। ਬਾਈ ਜੀ, ਵੋਟ ਪਾ ਕੇ ਆਪਾਂ 17 'ਚ ਦੇਖਿਆ ਹੀ ਸੀ, ਮਤਲਬ 22 ਤਾਂ 17 'ਚ ਵੀ ਨਹੀਂ ਸੀ। ਪੰਜਾਬ ਦੇ ਲੋਕਾਂ ਨੇ 17 ਦੇ ਵਿੱਚ ਬੇਅਦਬੀ ਦੇ ਮੇਰਾ ਪਹਿਲੀ ਗੱਲ ਮੈਂ ਕਹਿੰਦਾ ਵੀ ਉਦੋਂ ਦੇ ਵੋਟਾਂ ਦਾ ਬਾਈਕਾਟ ਆ ਜਦੋਂ ਤੋਂ ਆਪਣਾ ਇਹ ਕਾਂਡ ਹੋਇਆ ਤੇ ਮੈਂ ਵੋਟ ਹੀ ਨਹੀਂ ਪਾਈ ਸੀ। ਜੇ ਆਪਾਂ ਗੱਲ ਕਰੀਏ ਕਿ 17 ਦੇ ਵਿੱਚ ਵੀ ਲੋਕਾਂ ਨੇ ਉਹ ਸਰਕਾਰ ਚੁਣ ਕੇ ਲਿਆਂਦੀ ਸੀ ਜਿਹੜੀ ਸਿੱਧਾ ਸਾਫ਼ ਇਹ ਕਹਿ ਕੇ ਆਈ ਸੀ ਕਿ ਬੇਅਦਬੀ ਦਾ ਇਨਸਾਫ ਕਰੂਗੀ, ਜਿਹੜਾ ਬੇਅਦਬੀ ਦਾ ਪਹਿਲਾ ਮੁੱਦਾ ਪੰਜਾਬ ਦੇ ਵਿੱਚ ਇਹਨਾਂ ਨੇ ਬਣਵਾਇਆ ਸੀ। ਤਾਂ ਅੱਜ ਤੱਕ ਇਹਨਾਂ ਨੇ ਉਸ ਸਿਸਟਮ ਨੇ ਸਾਨੂੰ ਨਿਆਂ ਨਹੀਂ ਦਿੱਤਾ ਤੇ ਮੈਂ 2022 ਦੇ ਵਿੱਚ ਉਹ ਗਲਤੀ ਫਿਰ ਕਿਉਂ ਕਰਾਂ। ਜਿਹੜੀ 17 ਦੇ ਵਿੱਚ ਸਰਕਾਰ ਚੁਣ ਕੇ ਆਈ, ਅੱਜ ਫਿਰ ਤੁਹਾਨੂੰ ਝੂਠੇ ਵਾਅਦੇ ਲਾਰਿਆਂ 'ਚ ਲੈ ਕੇ ਫਿਰ ਵੋਟਾਂ ਮੰਗ ਰਹੀ ਹੈ। ਕੀ ਕਿਸੇ ਇੱਕ ਸੁਹਿਰਦ ਸਿੱਖ ਨੇ ਉਹਨਾਂ 117 ਕੈਂਡੀਡੇਟਾਂ ਨੂੰ ਸਵਾਲ ਕੀਤੇ ਕਿ ਬੇਅਦਬੀ ਦੇ ਨਾਂ 'ਤੇ ਤੁਸੀਂ ਪਹਿਲਾਂ ਕੀ ਕਰ ਲਿਆ ਜਿਹੜਾ ਹੁਣ ਤੁਸੀਂ ਨਵੇਂ ਵਾਅਦੇ ਲੈ ਕੇ ਆ ਰਹੇ ਹੋ? ਕੋਈ ਵੀ 4 ਪਾਰਟੀਆਂ ਜਾਂ 5 ਪਾਰਟੀਆਂ ਦੇ ਜਿੰਨੇ ਵੀ ਨੁਮਾਇੰਦੇ ਖੜੇ ਆ, ਅਸੀਂ ਅੱਜ ਲੀਡਰਾਂ ਨੂੰ ਤਰਹੀਜ਼ ਜ਼ਿਆਦਾ ਦੇ ਕੇ ਉੱਪਰ ਲੈ ਗਏ ਹਾਂ, ਗੁਰੂ ਸਾਹਿਬ ਦੀ ਬੇਅਦਬੀ ਨੂੰ ਥੱਲੇ ਰੱਖ ਕੇ ਚੱਲ ਰਹੇ ਹਾਂ। ਪਰ ਤੁਸੀਂ ਮਤ ਉਹਨੂੰ ਆਪਣੇ ਮਨ 'ਚੋਂ ਵਿਸਾਰੋ, ਨਾ ਭੁੱਲੋ ਕਿ ਲੀਡਰ ਵੀ ਮੈਂ ਸਮਝਦਾ ਕਿ ਜਦੋਂ ਨਾ ਕਦੇ ਵੋਟਾਂ ਲੈਣ ਜਾਂਦੇ ਆ ਜਾਂ ਤੁਹਾਡੇ ਵਿੱਚ ਵਿਚਰਨ ਆਉਂਦੇ ਆ ਤਾਂ ਇਹ ਵੀ ਉਸ ਗੁਰੂ ਦਾ ਓਟ ਆਸਰਾ ਲੈ ਕੇ ਉਹਨੂੰ ਮੱਥਾ ਟੇਕ ਕੇ ਨਤਮਸਤਕ ਹੋ ਕੇ ਆਉਂਦੇ ਆ ਤੇ ਸਾਡਾ ਸਵਾਲ ਪੁੱਛਣਾ ਫਰਜ਼ ਹੈ। ਅਸੀਂ ਸਵਾਲ ਨਾ ਪੁੱਛਾਂਗੇ ਤਾਂ ਮੈਂ ਸਮਝਦਾ ਕਿ ਇਹ ਤਾਂ ਆਪਣੀਆਂ ਜਿਹੜੀਆਂ ਚੌਧਰ ਪੁਣਾਬ ਦੀ ਕੁਰਸੀ ਲਈ ਤੁਹਾਨੂੰ ਹਮੇਸ਼ਾ ਵਰਤਦੇ ਆ ਰਿਹਾ। ਤੁਹਾਡੇ ਕੋਲ 11 ਮਹੀਨੇ ਤੇ 29 ਦਿਨ ਲੀਡਰਾਂ ਨੇ ਤੁਹਾਨੂੰ 4 ਸਾਲ 11 ਮਹੀਨੇ ਤੇ 29 ਦਿਨ ਤੁਹਾਨੂੰ ਲੀਡਰ ਬੁੱਧੂ ਬਣਾਉਂਦੇ ਆ ਤੇ ਤੁਹਾਡੇ ਕੋਲੇ ਇੱਕ ਦਿਨ ਚੋਂ ਵਿੱਚ 20-30 ਸੈਕਿੰਡ ਹੁੰਦੇ ਜਿਹੜੇ ਵੋਟ ਬਟਨ ਨੱਪਣ ਜਾਂਦੇ ਆ ਤੇ ਤੁਸੀਂ ਉਹ 20-30 ਮਿੰਟ ਵੀ ਮੈਂ ਸਮਝਦਾ ਕਿ ਸੈਕਿੰਡ ਵੀ ਅਜਾਈ ਜਾਣ ਦਿੱਤੇ ਆ ਕਿ ਜੇ ਚੰਗੇ ਨੁਮਾਇੰਦੇ ਨਹੀਂ ਲੈ ਕੇ ਅੱਗੇ ਆਉਂਦੇ ਆਪਾਂ ਤਾਂ ਪਾਰਟੀਆਂ ਪੂਟੀਆਂ ਤਾਂ ਹੁੰਦੀਆਂ ਰਹਿੰਦੀਆਂ। ਇੱਕ ਚੰਗੇ ਲੀਡਰ ਦੀ ਚੋਣ ਕਰਕੇ ਜੇ ਆਪਾਂ ਅੱਗੇ ਲੈ ਕੇ ਆਵਾਂਗੇ ਤਾਂ ਜਾ ਕੇ ਪੰਜਾਬ ਦਾ ਜਿਹੜਾ ਮਾਹੌਲ ਸਹੀ ਰਹੂਗਾ। ਪੰਜਾਬ ਦੇ ਵਿੱਚ ਜੇ ਸਮਝਦਾ ਕਿ ਰੁਜ਼ਗਾਰ ਆ ਫੇਰ ਹੀ ਪੈਦਾ ਹੋਣਗੇ ਜੇ ਚੰਗੇ ਪੜ੍ਹੇ ਲਿਖੇ ਲੀਡਰ ਹੋਣਗੇ। ਇੱਕ PhD ਕੀਤੇ ਹੋਏ ਬੰਦੇ, ਡਿਗਰੀ ਹੋਲਡਰ ਬੰਦੇ ਅਨਪੜ੍ਹ ਬੰਦੇ ਨੂੰ ਪਾਰਲੀਮੈਂਟ 'ਚ ਭੇਜਦੇ ਆ, ਸਾਡੀ ਮਾਨਸਿਕਤਾ ਕਿੱਥੇ ਹੈ ਬਾਈ? ਸੋ ਸਾਨੂੰ ਸੋਚਣ ਤੇ ਸਮਝਣ ਦੀ ਲੋੜ ਹੈ। ਸਾਨੂੰ ਆਪ ਅੱਗੇ ਹੋ ਕੇ ਜਿਹੜਾ ਚੱਲਣਾ ਪਊਗਾ। ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਆ ਜਿਹੜੀ ਸਾਨੂੰ ਨੌਜਵਾਨੀ ਨੂੰ ਤੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਲੈ ਕੇ ਚੱਲਣੀ ਪਊਗੀ। ਅਸਲ ਮੁੱਦਿਆਂ ਤੇ ਰਾਜਨੀਤੀ ਜਿਹੜੀ ਲੈ ਕੇ ਆਉਣੀ। ਮਾਨ ਦੇ ਐਲਾਨ ਨੂੰ ਸਹੀ ਮੰਨਦੇ ਹੋ ਤੁਸੀਂ ਜਿਹੜਾ ਇਕੱਠ 6 ਮਾਰਚ ਨੂੰ ਜਿਹੜਾ ਕਰਨ ਜਾ ਰਹੇ ਹੋ? ਦੇਖੋ ਜੀ, ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਬੇਅਦਬੀ ਦੇ ਨਾਂ 'ਤੇ ਜੇ ਕੋਈ ਵੀ ਬੰਦਾ ਪ੍ਰੋਟੈਸਟ ਕਰਦਾ ਤਾਂ ਹੋਣਾ ਚਾਹੀਦਾ, ਉਹ ਚਾਹੇ ਬਰਗਾੜੀ ਆ, ਚਾਹੇ ਅੰਮ੍ਰਿਤਸਰ ਆ, ਚਾਹੇ ਤਖ਼ਤ ਸਾਹਿਬ 'ਤੇ ਆ, ਕਿਤੇ ਵੀ ਹੋ ਜੇ, ਚਾਹੇ ਤਲਵੰਡੀ ਹੋ ਜੇ, ਸਾਨੂੰ ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ। ਹਾਂ, ਦੂਸਰਾ ਪ੍ਰੋਗਰਾਮ ਅਸੀਂ ਜਿਹੜਾ ਵੋਟਾਂ ਤੋਂ ਬਾਅਦ ਇਸ ਮੋਰਚੇ ਦੇ ਵਿੱਚੋਂ ਜ਼ਰੂਰ ਉਲੀਕਾਂਗੇ। ਇਸ ਮੋਰਚੇ ਦੇ ਵਿੱਚੋਂ ਜਿਹੜਾ ਪ੍ਰੋਗਰਾਮ ਹੈ ਜਿਹੜਾ ਅਗਲਾ ਦਿੱਤਾ ਜਾਊਗਾ, ਨਵੀਂ ਸਰਕਾਰ ਨੂੰ ਅਲਟੀਮੇਟਮ ਤੌਰ 'ਤੇ ਜਿਹੜਾ ਪ੍ਰੋਗਰਾਮ ਦਿੱਤਾ ਜਾਊਗਾ। ਕਿਉਂਕਿ ਪੰਜਾਬ ਦੇ ਲੋਕ ਆ, ਅਸੀਂ ਇਹ ਨਹੀਂ ਚਾਹੁੰਦੇ ਕਿ ਹਰ ਵਾਰ ਇਕੱਠ ਕਰਕੇ ਮੋੜ ਦਈਏ, ਇਕੱਠ ਕਰਕੇ ਨਾ। ਅਲਟੀਮੇਟਮ ਤੇ ਕਾਲ ਆ ਜਿਹੜੀ ਉਹ ਹਮੇਸ਼ਾ ਜਿਹੜੀ ਆ ਟੱਕਰ ਵਾਲੀ ਹੋਊਗੀ। ਇਹ ਨਹੀਂ ਹੋਊਗੀ ਵੀ ਸ਼ਾਂਤਮਈ ਬੈਠੇ ਅੱਜ ਇਕੱਠ ਕਰ ਲਿਆ, ਦਿਖਾਤਾ ਵੀ ਸਾਡੇ ਨਾਲ 500 ਬੰਦਾ ਜੁੜਿਆ। ਸਰੀਰ ਘੱਟ ਹੋਣ ਪਰ ਹੋਣ ਇਨਸਾਫ ਵਾਲੇ, ਇੱਦਾਂ ਦੀਆਂ ਜਿਹੜੀਆਂ ਕਾਲਾਂ ਇੱਥੋਂ ਦਿੱਤੀਆਂ ਜਾਣਗੀਆਂ ਤੇ ਮੈਂ ਸਮਝਦਾ ਕਿ ਛੇਤੀ ਆ ਜਿਹੜਾ ਇਹ ਹੱਲ ਕਰਵਾਉਣ ਵਾਲੇ ਪਾਸੇ ਨੂੰ ਜਾਵਾਂ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਸੁਖਰਾਜ ਸਿੰਘ ਜਿਹੜਾ ਬੇਅਦਬੀ ਇਨਸਾਫ ਮੋਰਚੇ 'ਤੇ ਲਗਾਤਾਰ ਜਿਹੜੇ ਪਿਛਲੇ ਸਮੇਂ ਤੋਂ ਬੈਠੇ ਹੈ। ਤਾਂ ਉਹਨਾਂ ਨੇ ਜਿਹੜਾ 6 ਮਾਰਚ ਨੂੰ ਜਿਹੜਾ ਸਿਮਰਜੀਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ 6 ਮਾਰਚ ਨੂੰ ਬਰਗਾੜੀ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ। ਦੀਪ ਸਿੱਧੂ ਦੀ ਜਿੱਥੇ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ, ਉੱਥੇ ਇੱਕ ਸੈਂਟਰ ਸਰਕਾਰ ਨੂੰ ਜਿਹੜਾ ਨੋਟਿਸ ਵੀ ਭੇਜਿਆ ਜਾਵੇਗਾ। ਉਸ ਨੂੰ ਲੈ ਕੇ ਇਹਨਾਂ ਦਾ ਮੰਨਣਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਵੱਡਾ ਇਕੱਠ ਆ ਉਹ ਸੜਕਾਂ 'ਤੇ ਹੋਣਾ ਚਾਹੀਦਾ, ਨਾ ਕਿ ਕਿਸੇ ਸਾਈਡ 'ਤੇ ਹੋਣਾ ਚਾਹੀਦਾ। ਜੇ ਸੜਕਾਂ 'ਤੇ ਹੋਊਗਾ ਤਾਂ ਸਰਕਾਰ ਵਾਸਤੇ ਵੱਡੀ ਚੁਣੌਤੀ ਵੀ ਹੋ ਸਕਦੀ ਹੈ। ਤਾਂ ਨਾਲ ਹੀ ਇਹਨਾਂ ਨੇ ਆਪਦੀ ਗੱਲ ਵੀ ਰੱਖੀ ਹੈ ਕਿ ਮੋਰਚੇ ਵੱਲੋਂ ਜਿਹੜਾ ਜਦੋਂ ਨਵੀਂ ਸਰਕਾਰ ਬਣਦੀ ਹੈ, ਨਵੀਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਜਾਏਗਾ, ਇੱਕ ਵੱਡਾ ਪ੍ਰੋਗਰਾਮ ਰੱਖਿਆ ਜਾਵੇਗਾ। ਤਾਂ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ 6 ਮਾਰਚ ਦਾ ਇਕੱਠ ਕਿਸ ਤਰੀਕੇ ਦਾ ਹੋਵੇਗਾ ਤੇ ਜਾਂ ਮੋਰਚੇ ਵੱਲੋਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਐਲਾਨ ਕੀਤਾ ਜਾਵੇਗਾ ਉਹ ਕੀ ਰੰਗ ਲੈ ਕੇ ਆਵੇਗਾ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਬਾਈਬਲ ਕਲਾਂ, ਜ਼ਿਲ੍ਹਾ ਫਰੀਦਕੋਟ। D5 ਚੈਨਲ ਪੰਜਾਬੀ
ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।